ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਵਿੱਤਰ ਰਚਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਅਰਥਾਂ ਸਮੇਤ ਆਪਾਂ ਪ੍ਰਾਰੰਭ ਕੀਤੇ ਹੋਏ ਹਨ, ਜਿਨ੍ਹਾਂ ਦੀ ਵਿਚਾਰ ਸ੍ਰੀ ਬਚਿੱਤਰ ਨਾਨਕ ਜੀ ਦੀ ਕਥਾ ਚੱਲ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਾ ਕਰਕੇ ਲਿਖਵਾਈ ਹੈ। ਇਸ ਦੇ ਅਰਥ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਨੂੰ ਅਰਥ ਕਰਵਾਏ ਸਨ। ਸੋ ਇਹ ਬਾਣੀ ਦਾ ਬੜਾ ਮਹੱਤਵ ਦੱਸਿਆ ਹੈ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਸ੍ਰੀ ਦਸਮ ਬਾਣੀ ਦਾ ਪ੍ਰਕਾਸ਼ ਹੈ। ਤਖਤ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਵਿਖੇ ਵੀ ਸ੍ਰੀ ਦਸਮ ਬਾਣੀ ਦਾ ਪ੍ਰਕਾਸ਼ ਹੈ। ਪੰਜਾਬ ਦੇ ਤਿੰਨੋਂ ਤਖਤਾਂ ਤੇ ਵੀ ਪਹਿਲਾਂ ਸ੍ਰੀ ਦਸਮ ਦੀ ਬਾਣੀ ਦਾ ਪ੍ਰਕਾਸ਼ ਹੁੰਦਾ ਸੀ। ਸੋ ਵਿੱਚ ਇਹੋ ਜਿਹੇ ਕੁਝ ਬੰਦੇ ਆਏ ਜਿਨ੍ਹਾਂ ਨੇ ਸ੍ਰੀ ਦਸਮ ਦੀ ਬਾਣੀ ਦਾ ਵਿਰੋਧ ਕੀਤਾ ਤੇ ਉਹਨਾਂ ਤਖਤਾਂ ਤੋਂ ਸ੍ਰੀ ਦਸਮ ਦੀ ਬਾਣੀ ਨੂੰ ਪਾਸੇ ਕਰ ਦਿੱਤਾ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਬਾਣੀ ਅੰਦਰ 9 ਗੁਰੂ ਸਾਹਿਬਾਨਾਂ ਦਾ ਜ਼ਿਕਰ ਆਉਂਦਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ। ਕਿਸ ਤਰ੍ਹਾਂ ਧਰਤੀ ਬਣੀ, ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਆਉਣ ਦੀ ਕਥਾ ਕਹਿੰਦੇ ਹਨ ਕਿ ਹੇਮਕੁੰਟ ਦੇ ਧਾਮ ਤੇ ਕਿਸ ਤਰ੍ਹਾਂ ਅਸੀਂ ਭਾਰੀ ਜਪ ਤਪ ਕੀਤਾ। ਇਸ ਬਾਣੀ ਅੰਦਰ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 24 ਅਵਤਾਰਾਂ ਦੀ ਕਥਾ ਵੀ ਲਿਖੀ ਹੈ। 3 ਬਾਣੀਆਂ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਸ੍ਰੀ ਜਾਪ ਸਾਹਿਬ, ਤੈਪਰ ਸਵਈਏ, ਸ੍ਰੀ ਚੌਪਈ ਸਾਹਿਬ, ਇਹ ਤਿੰਨੋਂ ਬਾਣੀਆਂ ਹੀ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹਨ। ਸੋ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸੱਚਖੰਡ ਸ੍ਰੀ ਪਟਨਾ ਸਾਹਿਬ ਵਿਖੇ ਸਰਬ ਲੋਕ ਗ੍ਰੰਥ ਵੀ ਪ੍ਰਕਾਸ਼ ਹੈ। ਜੋ ਮਹਾਰਾਜ ਨੇ ਦੁਸ਼ਟ ਦਮਨ ਰੂਪ ਅੰਦਰ ਹੇਮਕੁੰਟ ਦੇ ਉੱਚੇ ਧਾਮ ਤੇ ਲਿਖਿਆ ਤੇ ਉਸ ਨੂੰ ਸੰਪੂਰਨ ਆ ਕੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਤਾ ਸੀ। ਸੋ ਗੁਰੂ ਮਹਾਰਾਜ ਜੀ ਦੀ ਜੋ ਬਾਣੀ ਹੈ ਬੜੀ ਅਗਾਧ ਬੋਧ ਹੈ, ਇਸ ਨੂੰ ਸਮਝਣਾ ਬੜਾ ਔਖਾ ਹੈ। ਸ੍ਰੀ ਬਚਿੱਤਰ ਨਾਨਕ ਜੀ ਦੀ ਕਥਾ ਚੱਲ ਰਹੀ ਹੈ, ਲਵਾਓ ਹਾਜ਼ਰੀਆਂ ਜੀ। ਕਵਿਵਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ, ਸੋ ਕਹਿਓ ਜਗ ਮਾਹੇ। ਜੋ ਤੈ ਪ੍ਰਭ ਕੋ ਧਿਆਏ ਹੈ, ਅੰਤ ਸਰਗ ਕੋ ਜਾਏ। ਸਤਿਗੁਰੂ ਜੀ ਫਰਮਾਉਂਦੇ ਹਨ, ਜੋ ਮੇਰੇ ਪ੍ਰਭੂ ਨੇ ਮੈਨੂੰ ਸੁਨੇਹਾ ਦਿੱਤਾ, ਮੈਂ ਉਹ ਸੰਦੇਸ਼ ਸੰਸਾਰ ਵਾਸੀਆਂ ਨੂੰ ਦਿਆਂਗਾ ਜਿਹੜੇ ਪੁਰਸ਼ ਉਸ ਪ੍ਰਭੂ ਨੂੰ ਸਿਮਰਦੇ ਹਨ ਅਤੇ ਅੰਤ ਨੂੰ ਹੀ ਉਹ ਹੀ ਸਵਰਗਾਂ ਵਿੱਚ ਜਾਣਗੇ। ਦੋਹਰਾ ਹਰ ਹਰਜਨ ਦੋਈ ਇੱਕ ਹੈ, ਬੇਵਿਚਾਰ ਕਿਸ ਨਾਹੇ। ਜਲ ਤੇ ਉਜਤ ਰੰਗ ਜਿਉ ਜਲੀ ਵਿਖੇ ਸਮਾਏ। ਪ੍ਰਭੂ ਤੇ ਪ੍ਰਭੂ ਦੇ ਪਿਆਰੇ ਭਗਤ ਦੋਵੇਂ ਇੱਕ ਰੂਪ ਹਨ।
ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ। ਜਿਵੇਂ ਜਲ ਤੇ ਤਰੰਗ ਲਹਿਰਾਂ ਜਲ ਵਿੱਚੋਂ ਉੱਠ ਕੇ ਫਿਰ ਜਲ ਵਿੱਚ ਹੀ ਸਮਾ ਜਾਂਦੇ ਹਨ, ਕਿਉਂ ਭਗਤ ਜਨ ਪ੍ਰਭੂ ਤੋਂ ਉਤਪੰਨ ਹੋ ਕੇ ਫਿਰ ਪ੍ਰਭੂ ਵਿੱਚ ਹੀ ਅਭੇਦ ਹੋ ਜਾਂਦੇ ਹਨ। ਚੌਪਈ ਜੇ ਬਾਦ ਕਰਤ ਹੰਕਾਰਾ, ਤਿੰਨ ਤੇ ਭਿੰਨ ਰਹਿਤ ਕਰ ਤਾਰਾ। ਵੇਦਕ ਤੇ ਵਿਖੇ ਹਰ ਨਾਹੀ, ਜਾਣ ਲਿਓ ਅਰਜਨ ਮਨ ਮਾਹੀ। ਜਿਹੜੇ ਪੁਰਸ਼ ਵਾਧੂ ਝਗੜੇ ਤੇ ਘਮੰਡ ਕਰਦੇ ਹਨ, ਉਹਨਾਂ ਤੋਂ ਵਾਹਿਗੁਰੂ ਸਦਾ ਦੂਰ ਰਹਿੰਦਾ ਹੈ। ਵੇਦਾਂ ਤੇ ਹੋਰ ਧਰਮ ਸ਼ਾਸਤਰਾਂ ਵਿੱਚੋਂ ਪ੍ਰਭੂ ਨਹੀਂ ਮਿਲਦਾ। ਇਹ ਹਰੀ ਦੇ ਭਗਤੋ, ਇਹ ਗੱਲ ਆਪਣੇ ਮਨ ਵਿੱਚ ਸਹੀ ਕਰਕੇ ਜਾਣ ਲਵੋ। ਆਖ ਮੂੰਦ ਕੋ ਡਿੰਬ ਦਿਖਾਵੇ, ਅੰਦਰ ਕੀ ਪਦਵੀ ਕਹਿ ਪਾਵੇ। ਆਂਖ ਮੀਚ ਮਗ ਸੂਝ ਨ ਜਾਈ, ਕਾਹੇ ਅਨੰਤ ਮਿਲੇ ਕਿਮ ਭਾਈ। ਜਿਹੜਾ ਆਦਮੀ ਅੱਖਾਂ ਮੀਟ ਕੇ ਪਖੰਡ ਵਿਖਾਉਂਦਾ ਹੈ, ਉਸ ਨੂੰ ਅੰਨ੍ਹਿਆਂ ਦੀ ਪਦਵੀ ਮਿਲਦੀ। ਅੱਖਾਂ ਮੀਟ ਕੇ ਤੁਰਿਆ ਤਾਂ ਕੋਈ ਰਸਤਾ ਵੀ ਨਹੀਂ ਦੇਖ ਸਕਦਾ। ਦੱਸੋ ਪਿਆਰਿਓ, ਉਸ ਪੁਰਸ਼ ਨੂੰ ਉਹ ਬੇਅੰਤ ਪ੍ਰਭੂ ਕਿਵੇਂ ਮਿਲ ਪਵੇਗਾ। ਬਹੁ ਵਿਸਤਾਰ ਕਹਿ ਲੋ ਕੋਈ ਕਹੇ, ਸਮਝਤ ਬਾਤ ਥਕਤ ਹੋਏ ਰਹੇ। ਰਸਨਾ ਧਰੇ ਕਈ ਜੋ ਕੋਟਾ, ਤਦ ਬਕੰਤ ਤਹਿ ਪਰਤ ਸੋ ਟੋਟਾ। ਇਹ ਗੱਲਾਂ ਬਹੁਤ ਵਿਸਤਾਰ ਵਾਲੀਆਂ ਹਨ। ਜੇ ਕੋਈ ਇਹਨਾਂ ਗੱਲਾਂ ਨੂੰ ਸਮਝ ਲੈਂਦਾ ਹੈ ਤਾਂ ਹਾਰ ਕੇ ਚੁੱਪ ਕਰ ਰਹਿੰਦਾ ਹੈ। ਜੇ ਕਿਸੇ ਦੀਆਂ ਕਰੋੜਾਂ ਜੀਭਾਂ ਹੋ ਜਾਣ ਤਾਂ ਵੀ ਉਹ ਪ੍ਰਭੂ ਦਾ ਅੰਤ ਨਹੀਂ ਪਾ ਸਕਦਾ। ਉਸ ਦੀ ਗਿਣਤੀ ਕਰਨ ਲੱਗਿਆ ਘਾਟਾ ਹੀ ਦਿਸੇਗਾ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੰਨੀ ਵਧੀਆ ਗੱਲ ਸਮਝਾਉਂਦੇ ਆ। ਇੱਕ ਕਾਮਰੇਡ ਜਾਂ ਜਿਹਨੂੰ ਬਾਪੂ ਬਲਕਾਰ ਵੀ ਕਹਿੰਦੇ ਆ ਲੋਕ, ਪਤਾ ਨਹੀਂ ਕਹਿੰਦਾ ਜੀ ਕਿੰਨੇ ਹਜ਼ਾਰ ਕਿੰਨੇ ਸੌ ਕਿਤਾਬਾਂ ਮੈਂ ਪੜ੍ਹ ਲਈਆਂ। ਕਹਿੰਦਾ ਹੈ ਤਾਂ ਗੁਰੂ ਸਾਹਿਬ ਵੀ ਇਹਨਾਂ 'ਚ ਸੀ, ਪਰ ਗੁਰੂ ਸਾਹਿਬ ਨੇ ਪੜ੍ਹਾਈ ਜ਼ਿਆਦਾ ਕੀਤੀ ਸੀ। ਉਹ ਗੁਰੂ ਸਾਹਿਬ ਜੀ ਨੇ ਦੁਨਿਆਵੀ ਪੜ੍ਹਾਈ ਨਹੀਂ ਕੀਤੀ। ਗੁਰੂ ਸਾਹਿਬ ਤਾਂ ਸਾਨੂੰ ਪੜ੍ਹਾਉਣ ਆਏ ਸੀ, ਅਕਾਲ ਪੁਰਖ ਆਪ। ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਦਾ ਵੀ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਹਨ। ਦੋਹਰਾ ਜਬ ਆਇਸ ਪ੍ਰਭ ਕੋ ਭਇਓ, ਜਨਮ ਤਰਾ ਜਗ ਆਏ। ਅਬ ਮੈਂ ਕਥਾ ਸੰਸੇਪ ਤੇ ਸਭੂ ਕਹਿਤ ਸੁਨਾਏ। ਜਦੋਂ ਮੈਨੂੰ ਪ੍ਰਭੂ ਦੀ ਆਗਿਆ ਹੋਈ ਤਦੋਂ ਮੈਂ ਸੰਸਾਰ ਵਿੱਚ ਜਨਮ ਲਿਆ। ਹੁਣ ਮੈਂ ਸਾਰੀ ਅਗਲੀ ਕਥਾ ਨੂੰ ਸੰਖੇਪ ਰੂਪ ਵਿੱਚ ਸੁਣਾਉਂਦਾ ਹਾਂ। ਤੈਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ, ਮਮ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਟਮ ਧਿਆਏ। ਸਮਾਪਤਮ ਸੁਭ ਸਤਮ ਸੁਤ ਅਭਜੂ ਦੋਹਰਾ। ਸ੍ਰੀ ਬਚਿੱਤਰ ਨਾਟਕ ਗ੍ਰੰਥ ਅਕਾਲ ਪੁਰਖ ਵੱਲੋਂ ਜਗ ਵਿੱਚ ਪ੍ਰਵੇਸ਼ ਕਰਨ ਦੀ ਆਗਿਆ। ਅਧਿਆਇ 6ਵਾਂ ਸਮਾਪਤ। ਇਸ 6ਵੇਂ ਅਧਿਆਇ ਵਿੱਚ ਗੁਰੂ ਜੀ ਨੇ ਆਪਣੀ ਕਥਾ ਇਸ ਪ੍ਰਕਾਰ ਵਰਣਨ ਕੀਤੀ ਹੈ ਕਿ ਅਸੀਂ ਪੂਰਬਲੇ ਜਨਮ ਵਿੱਚ ਤਪ ਕਰ ਰਹੇ ਸੀ ਤੇ ਅਕਾਲ ਪੁਰਖ ਨੇ ਦਰਸ਼ਨ ਦੇ ਕੇ ਸਾਨੂੰ ਹੁਕਮ ਕੀਤਾ ਕਿ ਤੁਸੀਂ ਇਸ ਤਪੱਸਿਆ ਨੂੰ ਛੱਡ ਕੇ ਮਾਤਲੋਕ ਵਿੱਚ ਜਾਓ ਤੇ ਨਿਰੰਕਾਰ ਤੋਂ ਭੁੱਲੇ ਜਗਤ ਜੀਵਾਂ ਨੂੰ ਸੱਤ ਮਾਰਗ ਤੇ ਲਾਓ। ਮੈਂ ਇਸ ਤੋਂ ਪਹਿਲਾਂ ਕਈ ਦੇਵਤਿਆਂ, ਰਿਸ਼ੀਆਂ, ਮੁਨੀਆਂ, ਸਿੱਧਾਂ, ਜੋਗੀਆਂ ਤੇ ਹੋਰ ਮਹਾਂਪੁਰਸ਼ਾਂ ਨੂੰ ਜਗਤ ਤੇ ਭੇਜਿਆ, ਪਰ ਉਹ ਸਾਰੇ ਜਗਤ ਵਿੱਚ ਜਾ ਕੇ ਆਪੋ ਆਪਣੀ ਪੂਜਾ ਕਰਾਉਣ ਵਿੱਚ ਹੀ ਫਸ ਗਏ। ਪਰਮੇਸ਼ਰ ਦੇ ਨਾਂ ਨੂੰ ਸਾਰੇ ਭੁੱਲ ਗਏ। ਸੋ ਅਸੀਂ ਅਕਾਲ ਪੁਰਖ ਦੀ ਆਗਿਆ ਨਾਲ ਸੰਸਾਰ ਵਿੱਚ ਧਰਮ ਚਲਾਵਣ, ਸੰਤ ਵਾਰਨ, ਦੁਸ਼ਟ ਸਬਰ ਕੋ ਮੂਲ ਅਪਾਰਨ ਦਾ ਆਸਾ ਲੈ ਕੇ ਅਵਤਾਰ ਲਿਆ ਹੈ। ਨਿਰੰਕਾਰ ਦੀ ਆਗਿਆ ਅਨੁਸਾਰ ਹੀ ਅਸੀਂ ਸਭ ਕੁਝ ਕਹਿ ਰਹੇ ਹਾਂ ਤੇ ਕਰਾਂਗੇ। ਅਧਿਆਇ 7ਵਾਂ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਆਗਮਨ ਦੀ ਕਥਾ ਕਹਿੰਦੇ ਹਨ। ਚੌਪਈ ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤਰ ਵਹਿਣੀ ਪਹਿ, ਪੁੰਨ ਦਾ ਦਿਨ ਕਰਤ ਬਤੈ। ਜਦੋਂ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਪ੍ਰਚਾਰ ਦੀ ਖਾਤਰ ਪੂਰਬ ਦਿਸ਼ਾ ਵੱਲ ਜਾਣ ਦੀ ਤਿਆਰੀ ਕੀਤੀ, ਤਦ ਰਸਤੇ ਵਿੱਚ ਆਉਂਦੇ ਹਰ ਤੀਰਥ ਤੇ ਉਹਨਾਂ ਨੇ ਇਸ਼ਨਾਨ ਕੀਤਾ। ਜਦੋਂ ਤ੍ਰਿਵੇਣੀ ਦੇ ਸੰਗਮ ਪ੍ਰਯਾਗਰਾਜ ਤੇ ਪਹੁੰਚੇ ਤਾਂ ਪੁੰਨ ਦਾਨ ਤੇ ਇਸ਼ਨਾਨ ਆਦਿ ਕਰਮ ਕਰਦਿਆਂ ਉਹਨਾਂ ਨੇ ਕਈ ਦਿਨ ਉੱਥੇ
ਬਤਾ ਦਿੱਤੇ। ਤੇ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਰਵੈਣੀ ਦੇ ਧਾਮ ਤੇ ਕੀਤਾ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਮਦਰ ਦੇਸ ਹਮ ਕੋ ਲੈ ਆਏ, ਭਾਂਤ ਭਾਂਤ ਦਾਈਅਨ ਦੁਲਰਾਏ। ਉੱਥੇ ਪ੍ਰਯਾਗਰਾਜ ਵਿੱਚ ਹੀ ਸਾਡਾ ਪ੍ਰਕਾਸ਼ ਮਾਤਾ ਜੀ ਨੂੰ ਪ੍ਰਤੀਤ ਹੋਇਆ। ਅਰਥਾਤ ਮਾਤਾ ਜੀ ਦੇ ਗਰਭ ਵਿੱਚ ਸਾਡਾ ਪ੍ਰਵੇਸ਼ ਹੋਇਆ। ਫਿਰ ਮਾਤਾ ਪਿਤਾ ਜੀ ਦੇ ਪਟਨਾ ਸ਼ਹਿਰ ਵਿੱਚ ਪੁੱਜਣ ਤੇ ਉੱਥੇ ਸਾਡਾ ਆਗਮਨ ਹੋਇਆ। ਪਟਨਾ ਸ਼ਹਿਰ ਤੋਂ ਕੁਝ ਸਮੇਂ ਬਾਅਦ ਸਾਨੂੰ ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੈ ਆਏ। ਦਾਈਆਂ ਨੇ ਕਈਆਂ ਤਰ੍ਹਾਂ ਦੇ ਲਾਡ ਸਾਨੂੰ ਕਰਾਏ। ਕੀਨੀ ਅਨੇਕ ਭਾਂਤ ਤਨ ਰਸਾ, दीनी भांत भांत की सिसा। जब हम धर्म कर्म मोह आए, देवलोक तब पिता सदाए। माता पिता ने साडे शरीर की हर प्रकार की संभाल की ते हर तरह की सिक्ख्या सानू दिती। जदों असीं धर्म के कामां विच प्रवेश किया तद पिता जी दिल्ली विच शहीदी प्राप्त करके बैकुंठ धाम नूं चले गए। ਹੁਣ ਜਿਹੜੇ ਕਹਿੰਦੇ ਦਸਮ ਦੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਨਹੀਂ, ਹੁਣ ਉਹਨਾਂ ਨੂੰ ਪੁੱਛੇ ਵੀ ਪਟਨਾ ਸਾਹਿਬ ਵਿਖੇ ਕਿਹਦਾ ਅਵਤਾਰ ਹੋਇਆ, ਦਿੱਲੀ ਵੱਲ ਪਿਤਾ ਨੂੰ ਕਿਹਨੇ ਤੋਰਿਆ। ਮਹਾਰਾਜ ਦਾ ਪ੍ਰਤੱਖ ਜ਼ਿਕਰ ਕਰ ਰਹੇ ਹਨ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ, ਕਵ ਜਨਮ ਕਥਨ ਨਾਮ ਸਪਤਮੋ ਤਿਹਾਏ। ਸਮਾਪਤਮ शुभ शुभ शुभम सत अंजू। श्री विचित्र नाटक ग्रंथ अध्याय 7वां समाप्त। सत शुभम सत अध्याय 8वां। रास आज की कथा। चौपाई। राज साज हम पर जब आयो, जथा सख्त तब धर्म चलायो। भांत पात बन खेल सकारा, मारे रीस रोज चंखारा। ਹੁਣ ਅਸੀਂ ਆਪਣੇ ਰਾਸ ਅੱਜ ਵਿੱਚ ਆਉਣ ਦੀ ਅਗਲੀ ਕਥਾ ਵਰਣਨ ਕਰਦੇ ਹਾਂ। ਪਿਤਾ ਜੀ ਦੇ ਸ਼ਹੀਦੀ ਪਾ ਜਾਣ ਤੋਂ ਬਾਅਦ ਜਦੋਂ ਗੁਰਗੱਦੀ ਦੀ ਸੌਂਪਣਾ ਸਾਨੂੰ ਹੋਈ ਤਾਂ ਅਸਾਂ ਆਪਣੀ ਸ਼ਕਤੀ ਮੁਤਾਬਕ ਧਰਮ ਦਾ ਪ੍ਰਚਾਰ ਕੀਤਾ। ਬਣ ਵਿੱਚ ਸ਼ਿਕਾਰ ਖੇਡ ਕੇ ਕਈ ਰਿਸ ਰੋਜ਼ ਦੇ 12 ਸਿੰਘੇ ਆਦ ਮਾਰੇ ਤੇ ਉਹਨਾਂ ਦੀ ਕਲਿਆਣ ਕੀਤੀ। ਦੇਸ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ। ਕਲਿੰਦਰੀ ਤਟ ਕਰੇ ਵਿਲਾਸਾ, ਅਨੇਕ ਭਾਂਤ ਕੇ ਭੇਖ ਤਮਾਸ਼ਾ। ਫਿਰ ਦੇਸ਼ ਦੇ ਹਾਲਾਤ ਐਸੇ ਹੋ ਗਏ ਕਿ ਸਾਨੂੰ ਅਨੰਦਪੁਰ ਸਾਹਿਬ ਛੱਡ ਕੇ ਨਾਹਨ ਰਿਆਸਤ ਵਿੱਚ ਪੌਂਟਾ ਸਾਹਿਬ ਜਾਣਾ ਪਿਆ। ਉੱਥੇ ਜਮਨਾ ਦੇ ਕਿਨਾਰੇ ਅਸੀਂ ਕਈ ਤਰ੍ਹਾਂ ਦੇ ਕੌਤਕ ਕੀਤੇ ਤੇ ਅਨੇਕ ਤਰ੍ਹਾਂ ਦੇ ਤਮਾਸ਼ੇ ਵੇਖੇ। ਸ੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਹੀ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ। ਇਸ ਧਰਤੀ ਤੇ ਭਾਰੀ ਯੁੱਧ ਹੋਇਆ। ਜਦੋਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਇਹ ਯੁੱਧ ਲੜ ਰਹੇ ਨੇ, युद्ध जित के किनारे है, ते इन्हें नूं आके महाराज जी नूं बेनती की, महाराज जी आप जी दे घर धन माता सुंदर कौर जी दे उधर तो साहिबजादे का आगमन होया है। तो महाराज जी ने फिर इत्थे अपने ਸਿੰਘਾਂ नूं वचन किया भी भाई ਜਿਹੜੇ ਤਾਂ ਸਿੰਘ ਸ਼ਹੀਦ ਹੋ ਗਏ ਉਹਨਾਂ ਦਾ ਸੰਸਕਾਰ ਕਰ ਦਿਓ, ਜਿਹੜੇ ਤੁਰਕ ਮਰ ਚੁੱਕੇ ਨੇ ਇਹਨਾਂ ਨੂੰ ਕਬਰਾਂ ਪੁੱਟ ਕੇ ਦੱਬ ਦਿਓ। ਮਹਾਰਾਜ ਪੌਂਟਾ ਸਾਹਿਬ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਪਹੁੰਚੇ ਨੇ ਤੇ ਜਿੱਤ ਦੀ ਖੁਸ਼ੀ ਅੰਦਰ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਾਹਿਬਜ਼ਾਦੇ ਦਾ ਨਾਮ ਵੀ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਰੱਖਿਆ ਤੇ ਮੈਦਾਨੇ ਜੰਗ ਦੇ ਵਿੱਚ ਜਿੱਤ ਹੋਈ ਹੈ ਤੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਹੈ। ਇੱਧਰੋਂ ਸਿੰਘਾਂ ਨੇ ਕੀ ਕੀਤਾ ਵੀ ਕਬਰਾਂ ਕਿਹੜਾ ਪੁੱਟੇਗਾ, ਤੁਰਕਾਂ ਨੂੰ ਵੀ
ਨਾਲ ਹੀ ਸੰਸਕਾਰ ਕਰ ਦਿੱਤਾ। ਜਦੋਂ ਧੰਨ ਗੁਰੂ ਕਲਗੀਧਰ ਮਹਾਰਾਜ ਕੋਲੇ ਪਹੁੰਚੇ, ਮਹਾਰਾਜ ਕਹਿੰਦੇ ਭਾਈ ਤੁਸੀਂ ਇਹ ਬਹੁਤ ਗਲਤ ਕੰਮ ਕੀਤਾ, ਜਿਹੜਾ ਨਾਲ ਹੀ ਸੰਸਕਾਰ ਕਰ ਦਿੱਤਾ। ਹੁਣ ਇਹ ਲੋਕ ਆਉਣਗੇ ਸਿੱਖ ਧਰਮ ਦੇ ਅੰਦਰ, ਇਹਨਾਂ ਦੇ ਕੱਪੜੇ ਵਸਤਰ ਵੀ ਸਿੱਖਾਂ ਵਰਗੇ ਹੋਣਗੇ, ਦਾੜੀ ਕੇਸ ਵੀ ਹੋਣਗੇ, ਪਰ ਜਿਹੜੀ ਇਹਨਾਂ ਦੀ ਕਲਮ ਤੇ ਜ਼ੁਬਾਨ ਹੈ ਉਹ ਇਹ ਤੁਰਕਾਂ ਦੀ ਤਰ੍ਹਾਂ ਚੱਲੇਗੀ। ਅੱਜ ਕੌਮ ਦੇ ਵਿੱਚ ਆਪਾਂ ਦੇਖਦੇ ਹਾਂ ਧੁੰਦਾ, ਪੰਥ ਪ੍ਰੀਤ, ਢੱਡਰੀਆਂ ਵਾਲਾ, ਹੋਰ ਅਨੇਕਾਂ ਦੇ ਜਿਹੜੇ ਤੁਰੇ ਫਿਰਦੇ ਨੇ, ਪਰਮਜੀਤ, ਇਹਨਾਂ ਬੰਦਿਆਂ ਦਾ ਬਾਣਾ ਸਿੱਖੀ ਸਰੂਪ ਵਾਲਾ ਹੈ, ਪਰ ਜਦੋਂ ਇਹਨਾਂ ਦੀ ਜ਼ੁਬਾਨ ਤੇ ਕਲਮ ਚੱਲਦੀ ਹੈ, ਸ੍ਰੀ ਦਸਵੇਂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਵਿਰੋਧ ਕਰਦੇ ਹਨ। ਜਦੋਂ ਇਹਨਾਂ ਦੀ ਜ਼ੁਬਾਨ ਤੇ ਕਲਮ ਚੱਲਦੀ ਹੈ, ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਵਿਰੋਧ ਕਰਦੇ ਹਨ। ਜਦੋਂ ਇਹਨਾਂ ਦੀ ਜ਼ੁਬਾਨ ਕਲਮ ਚੱਲਦੀ ਹੈ, ਸ੍ਰੀ ਰਾਗਮਾਲਾ ਦਾ ਵਿਰੋਧ ਕਰਦੇ ਹਨ। ਜਦੋਂ ਇਹਨਾਂ ਦੀ ਜ਼ੁਬਾਨ ਕਲਮ ਚੱਲਦੀ ਹੈ, ਸੰਤਾਂ ਮਹਾਂਪੁਰਸ਼ਾਂ ਦਾ ਵਿਰੋਧ ਕਰਦੇ ਹਨ, ਜਿਨ੍ਹਾਂ ਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ। ਭਾਈ ਸੰਤ ਮਹਾਂਪੁਰਸ਼ ਉਹ ਹਨ ਜਿਹੜੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ, ਜਿਹੜੇ ਆਪਣੇ ਨਾਲ ਜੋੜਨ, ਉਹਨਾਂ ਤੋਂ ਆਪਾਂ ਕਿਨਾਰਾ ਕਰਨਾ, ਉਹਨਾਂ ਨੂੰ ਕਦੇ ਬੋਲਦੇ ਨਹੀਂ। ਸੋ ਇਸ ਕਰਕੇ ਇਹਨਾਂ ਲੋਕਾਂ ਤੋਂ ਵੀ ਆਪਾਂ ਕਿਨਾਰਾ ਕਰਨਾ ਹੈ। ਗੁਰੂ ਸਾਹਿਬ ਨੇ ਆਪਾਂ ਨੂੰ ਸਭ ਕੁਝ ਸਮਝਾ ਦਿੱਤਾ ਹੈ। ਤਹਿ ਕੇ ਸਿੰਘ ਕਨੇ ਚੁਨ ਮਾਰੇ, ਰੋਜ਼ ਰੀਸ ਵੋ ਭਾਂਤ ਵਿਦਾਰੇ। ਫਤਿਹ ਸਾ ਕੁਪਾ ਤਵ ਰਾਜਾ, ਲੋ ਪਰਾ ਹਮ ਸੋ ਬਿਨ ਕਾਜਾ। ਉਸ ਜੰਗਲ ਵਿੱਚ ਅਸੀਂ ਚੁਣ ਚੁਣ ਕੇ ਬਹੁਤ ਸ਼ੇਰ ਮਾਰੇ, ਕਈ ਤਰ੍ਹਾਂ ਦੇ ਰਿੱਛ ਤੇ ਰੋਜ਼ ਵੀ ਮਾਰੇ। ਅਚਾਨਕ ਰਾਜਾ ਫਤਿਹ ਸ਼ਾਹ ਰਾਜਾ ਬਿਨਾ ਕਿਸੇ ਕਾਰਨ ਤੋਂ ਫੌਜ ਲੈ ਕੇ ਸਾਡੇ ਉੱਤੇ ਚੜ੍ਹਾਈ ਕਰਕੇ ਆ ਗਿਆ। ਹੁਣ ਇਹ ਸਾਰਾ ਅੱਗੇ ਦਾ ਵਰਣਨ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਦਾ ਕਰਦੇ ਹਨ। ਸੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਸਭ ਤੇ ਕਿਰਪਾ ਕਰਨ। ਇੱਕ ਵੀ ਸ਼ਬਦ ਜੋ ਗੁਰੂ ਪਾਤਸ਼ਾਹ ਦਾ ਹੈ ਜਾਂ ਸਿੱਖ ਇਤਿਹਾਸ ਹੈ, ਕਦੇ ਵੀ ਨਿੰਦਿਆ ਨਾ ਕਰੀਏ, ਕਦੇ ਵੀ ਵਿਰੋਧ ਨਾ ਕਰੀਏ। ਸਾਨੂੰ ਨਹੀਂ ਚੰਗਾ ਲੱਗਦਾ, ਨਾ ਸੁਣੀਏ, ਨਾ ਮੰਨੀਏ, ਪਰ ਆਪਣੇ ਮਨ ਦੇ ਵਿੱਚੋਂ ਵਿਰੋਧਤਾ ਦੇ ਅੱਖਰ ਨਾ ਬੋਲੀਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ, ਜਦੋਂ ਆਪਾਂ ਪੜ੍ਹਾਂਗੇ, ਅਰਥ ਸਮਝਾਂਗੇ, ਸਾਨੂੰ ਪਤਾ ਲੱਗ ਜਾਵੇਗਾ ਕਿ ਦਸਮ ਬਾਣੀ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੀ ਆਪਣੀ ਬਾਣੀ ਹੈ। ਸੋ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਸਭ ਤੇ ਕਿਰਪਾ ਕਰਨ। ਪੜ੍ਹਿਆ ਸੁਣਿਆ ਸੱਚਖੰਡ ਵਿਖੇ ਪ੍ਰਵਾਨ ਕਰਨ। ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ, ਸੱਚ ਧਰਮ ਦੀ ਯਾਰਾ ਮੂਰਤ ਗੁਰ ਗੋਬਿੰਦ ਖਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਵਿੱਚ ਆਇਆ। ਚਾਰੇ ਪੁੱਤਰ ਬਾਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ। ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ। ਤਾਈਓ ਕਲਗੀਆਂ ਵਾਲੇ ਪਾਤਸ਼ਾਹ ਜੀ ਤੈਨੂੰ ਸਭ ਨੇ ਅਸੀਸ ਝੁਕਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਪਰਖਦੇ ਹਨ ਵਾਹਿਗੁਰੂ ਵਾਹਿਗੁਰੂ ਸਾਧ ਅੱਖਰ ਹੈ, ਇਹ ਸਾਰੇ ਪਾਸੇ ਹੀ ਨਹੀਂ ਲੱਗ ਜਾਂਦਾ। ਵਾਹਿਗੁਰੂ ਸਟੂਡੈਂਟ ਅੱਖਰ ਹੈ, ਵਿਦਿਆਰਥੀ ਅੱਖਰ ਹੈ, ਭਾਵੇਂ ਨਰਸਰੀ ਵਾਲਾ ਵੀ ਕਿਉਂ ਨਾ ਉਹ ਵੀ ਸਟੂਡੈਂਟ ਹੋਵੇ, ਭਾਵੇਂ ਐਮਏ ਵਾਲਾ ਉਹ ਵੀ ਸਟੂਡੈਂਟ ਹੈ, 10ਵੀਂ ਵਾਲਾ ਵੀ ਸਟੂਡੈਂਟ ਹੈ। ਇਹ ਇੱਕੋ ਹੀ ਅੱਖਰ ਸਿਰੇ ਤੱਕ ਜਗਿਆ ਜਾਂਦਾ। ਇਸੇ ਪ੍ਰਕਾਰ ਦੇ ਸਾਧ ਅੱਖਰ ਜਿਹੜਾ ਹੈ, ਇਹ ਸਤਿਗੁਰੂ ਜੀ ਦਾ ਵੀ ਵਾਚਕ ਹੋ ਜਾਂਦਾ ਹੈ, ਸੰਗਤ ਦਾ ਵੀ ਵਾਚਕ ਹੋ ਜਾਂਦਾ ਹੈ। ਇਹ ਚੀਜ਼ ਇੱਕੋ ਹੀ ਹੈ। ਸਤਿਗੁਰੂ ਦੀ ਸੰਗਤ ਕਰਕੇ ਸਾਧ ਹਮ ਸਾਰੇ ਇਕੱਠੇ ਬੈਠੇ हैं। ਇੱਥੇ ਸਤਿਗੁਰੂ ਮਹਾਰਾਜ ਜੀ ਵਿਰਾਜਮਾਨ ਨੇ, ਸੰਗਤ ਵੀ ਹੈ ਤੇ ਸਾਧ ਜਨ ਵੀ ਹੈ, ਤੇ
ਸੰਗਤ ਕਰਦੇ ਆ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ ਅਭਿਆਸ ਕਰਨ ਵਾਲੇ ਅਭਿਆਸੀਆਂ ਦਾ ਜਦੋਂ ਮਾਣ ਹੰਕਾਰ ਮਿਲ ਜਾਂਦਾ ਤਾਂ ਉਹ ਪ੍ਰਧਾਨ ਪੁਰਖ ਬਣ ਜਾਂਦਾ। ਪ੍ਰਧਾਨ ਪੁਰਖ ਪ੍ਰਗਟ ਸਭ ਹੋਏ, ਸਾਰਿਆਂ ਨੂੰ ਪ੍ਰਗਟ ਹੋ ਜਾਂਦਾ। ਇਸ ਕਰਕੇ ਮਹਾਰਾਜ ਨੇ ਪਰਖਣ ਵਾਸਤੇ ਪੰਡ ਸਿਖਵਾ ਦਿੱਤੀ, ਪਰ ਆਪ ਜੀ ਨੇ ਰਸਤਾ ਨਕਲ ਵੀ ਨਹੀਂ ਕਿਹਾ ਕਿ ਮਨ ਵਿੱਚ ਵੀ ਨਹੀਂ ਜਾਂਦਾ ਕਿ ਮੇਰੇ ਕੱਪੜੇ ਖਰਾਬ ਹੋ ਗਏ। ਇੰਨੀ ਨਿਮਰਤਾ ਦੇ ਮਾਲਕ ਗੁਰੂ ਅਮਰਦਾਸ ਜੀ ਮਹਾਰਾਜ, ਨਿਮਰਤਾ ਦੇ ਮਾਲਕ। ਨਿਮਰਤਾ ਜਿੱਥੋਂ ਜਨਮ ਲੈਂਦੀ ਹੈ ਉਹ ਸਾਡੇ ਸਤਿਗੁਰੂ ਹਨ। ਆਪਸ ਕੋ ਜਾਣੈ ਨੀਚਾ, ਇਸ ਪ੍ਰਸੰਗ ਨੂੰ ਅੱਗੇ ਬੁਲਾ ਰਹੇ ਨੇ ਕਿ ਜਿਹੜਾ ਸੰਗਤ ਵਿੱਚ ਆ ਕੇ ਮਨ ਦੇ ਹੰਕਾਰ ਨੂੰ ਮੇਟ ਕੇ ਆਪਣੇ ਆਪ ਨੂੰ ਸੰਗਤ ਨਾਲੋਂ ਨੀਵਾਂ ਸਮਝਦਾ, ਲੱਖ ਬ੍ਰਹਮ ਗਿਆਨ ਵੀ ਹੋ ਜਾਵੇ